आपे करे किस आखिए, होर करे ना कोई। आखण ताको जाइए, जे भुलड़ा होई। जे होए भुला जाए कहिए, आप करता क्यों भुलै। सुने देखे बाज कहे, दान अण मंगिया दिवै। दान दे दाता जग विधाता, नानका सच सोई। आप करे किस आखिए, होर करे ना कोई। आप करे किस आखिए, होर करे ना कोई। धन धन सतगुरु गुरु गरीब निवाज पातशाह, ਮਹਿ ਰਹਿਮਤਾਂ ਦੇ ਸਾਗਰ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚੋਂ ਆਪ ਜੀ ਨੇ ਰਾਗ ਸੂਹੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 765 ਤੇ ਸੁਭਾਇਮਾਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਦੇ ਵਿੱਚੋਂ ਸ਼ਬਦ ਦੇ ਚੌਥੇ ਬੰਦ ਦਾ ਪਾਠ ਸ਼ਰਵਣ ਕੀਤਾ ਹੈ। ਅੱਜ ਦੇ ਦੀਵਾਨ ਅੰਦਰ ਸ਼ਬਦ ਦੇ ਅਖੀਰਲੇ ਬੰਦ ਭਾਵ ਚੌਥੇ ਬੰਦ ਦੇ ਪਾਠ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਏਗੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸ਼ਬਦ ਦੇ ਇਸ ਬੰਦ ਅੰਦਰ ਕੀ ਕਹਿ ਰਹੇ ਹਨ, ਗੁਰ ਸ਼ਬਦ ਵਿਚਾਰ ਦੇ ਦੁਆਰਾ ਇਸ ਗੱਲ ਨੂੰ ਜਾਣਨ ਦਾ ਯਤਨ ਕਰਦੇ ਹਾਂ। ਇੱਕ ਵਾਰ ਸਾਰੇ ਹੀ ਸਤ ਸੰਗੀ ਜਨਾਂ ਨੇ ਜੋ ਗੁਰੂ ਦਰਬਾਰ ਅੰਦਰ ਜੁੜ ਬੈਠੇ ਹਨ, ਪਿਆਰ ਸਹਿਤ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੇ ਅੰਦਰ ਪਰਮੇਸ਼ਰ ਦੀ ਜਿਸ ਹਸਤੀ ਨੂੰ ਬਿਆਨ ਕੀਤਾ ਗਿਆ ਹੈ, ਪਰਮੇਸ਼ਰ ਦੀ ਉਸ ਹਸਤੀ ਦੇ ਅਨੇਕ ਹੀ ਗੁਣ, ਗੁਣਾਂ ਦਾ ਗੁਣਗਾਨ ਪਵਿੱਤਰ ਬਾਣੀ ਦੇ ਅੰਦਰ ਕੀਤਾ ਗਿਆ ਹੈ। ਤੇ ਨਾਲ ਇਹ ਵੀ ਗੱਲ ਸਾਡੇ ਸਾਹਮਣੇ ਰੱਖੀ ਗਈ ਹੈ ਕਿ ਪਰਮੇਸ਼ਰ ਦੇ ਗੁਣ ਬੇਅੰਤ ਹਨ। ਉਹਨਾਂ ਗੁਣਾਂ ਦਾ ਕਥਨ ਕਰਨਾ, ਵਿਖਿਆਨ ਕਰਨਾ, ਉਹਨਾਂ ਨੂੰ ਲਿਖਣਾ ਅਸੰਭਵ ਹੈ। ਇਹ ਗੱਲ ਕਹਿ ਕੇ ਵੀ ਸਤਿਗੁਰੂ ਜੀ ਪਰਮੇਸ਼ਰ ਦੇ ਕੁਝ ਗੁਣਾਂ ਦਾ ਜ਼ਿਕਰ ਬਾਣੀ ਦੇ ਅੰਦਰ ਬੜੇ ਸੋਹਣੇ ਢੰਗ ਨਾਲ ਕਰਦੇ ਹਨ।
ਕਿਤੇ ਆਖਦੇ ਹਨ ਕਿ ਉਹ ਬੜਾ ਦਇਆਵਾਨ ਹੈ, ਕਿਤੇ ਆਖਦੇ ਹਨ ਕਿ ਉਹ ਬੜੀ ਮਿਹਰਮਤ ਕਰਨ ਵਾਲਾ ਹੈ, ਕਿਤੇ ਗੁਰਦੇਵ ਉਸ ਨੂੰ ਪਾਤਸ਼ਾਹਾਂ ਦਾ ਪਾਤਸ਼ਾਹ ਆਖਦੇ ਹਨ, ਤੇ ਕਿਤੇ ਗੁਰੂ ਮਹਾਰਾਜ ਉਸ ਨੂੰ ਗਿਆਨ ਦਾ ਭੰਡਾਰ ਵੀ ਆਖ ਕੇ ਤਸਦੀਕ ਕਰਦੇ ਹਨ। ਜਿੱਥੇ ਇਹ ਅਨੇਕ ਗੁਣ ਪਰਮੇਸ਼ਰ ਦੇ ਬਾਣੀ 'ਚ ਲਿਖੇ ਗਏ, ਉਥੇ ਇਹਨਾਂ ਅਨੇਕ ਗੁਣਾਂ ਦੇ ਵਿੱਚ ਇੱਕ ਗੁਣ ਇਹ ਵੀ ਲਿਖਿਆ ਗਿਆ ਹੈ ਕਿ ਪਰਮੇਸ਼ਰ ਅਭੁੱਲ ਹੈ, ਉਹ ਭੁੱਲਦਾ ਨਹੀਂ ਹੈ, ਭਾਵ ਉਹ ਭੁੱਲਣਹਾਰ ਨਹੀਂ ਹੈ। ਉਹ ਜੋ ਵੀ ਕੰਮ ਕਰਦਾ ਹੈ, ਹਰ ਇੱਕ ਕੰਮ ਨੂੰ ਬਿਨਾਂ ਭੁੱਲਣ ਤੋਂ, ਬਿਨਾਂ ਭੁੱਲ ਤੋਂ ਕਰਦਾ ਹੈ। ਬਾਣੀ ਵਿੱਚ ਇਹ ਪਰਮੇਸ਼ਰ ਦਾ ਇੱਕ ਖਾਸ ਗੁਣ ਬਿਆਨਿਆ ਗਿਆ ਹੈ। ਇਸ ਗੁਣ ਦਾ ਜ਼ਿਕਰ ਸਤਿਗੁਰ ਨੇ ਪਵਿੱਤਰ ਬਾਣੀ ਵਿੱਚ ਅਨੇਕ ਥਾਵਾਂ ਤੇ ਕੀਤਾ ਹੈ। ਬਾਣੀ ਵਿੱਚ ਇੱਕ ਥਾਂ ਤੇ ਬਚਨ ਆਉਂਦਾ ਹੈ ਕਿ ਇਸ ਦੁਨੀਆ ਦੇ ਅੰਦਰ ਕੇਵਲ ਦੋ ਹੀ ਹਸਤੀਆਂ ਐਸੀਆਂ ਹਨ ਜੋ ਭੁੱਲਦੀਆਂ ਨਹੀਂ, ਜੋ ਗਲਤੀ ਨਹੀਂ ਕਰਦੀਆਂ। ਉਹ ਦੋ ਹਸਤੀਆਂ ਹਨ, ਇੱਕ ਗੁਰੂ ਤੇ ਇੱਕ ਪਰਮੇਸ਼ਰ। ਬਾਣੀ ਦਾ ਬਚਨ ਹੈ, ਭੁੱਲਣ ਅੰਦਰ ਸਭ ਕੋ। ਗਲਤੀ ਸਾਰਿਆਂ ਕੋਲ ਹੋ ਸਕਦੀ ਹੈ, ਭੁੱਲ ਸਾਰਿਆਂ ਕੋਲ ਹੋ ਸਕਦੀ ਹੈ, ਭੁੱਲਣ ਅੰਦਰ ਸਭ ਕੋ। ਪਰ ਦੋ ਹਸਤੀਆਂ ਐਸੀਆਂ ਹਨ ਜੋ ਅਭੁੱਲ ਹਨ, ਜੋ ਗਲਤੀ ਨਹੀਂ ਕਰਦੀਆਂ। ਕੌਣ? ਆ ਭੁੱਲ ਦਾ ਮਤਲਬ ਹੁੰਦਾ ਹੈ ਜੋ ਗਲਤੀ ਨਹੀਂ ਕਰਦਾ, ਜੋ ਭੁੱਲਦਾ ਨਹੀਂ ਹੈ। ਆ ਭੁੱਲ ਗੁਰੂ ਕਰਤਾਰ। ਇੱਕ ਗੁਰੂ ਹੈ ਤੇ ਦੂਸਰਾ ਕਰਤਾਰ ਹੈ। ਕਰਤਾਰ ਦਾ ਭਾਵ ਹੈ ਪਰਮੇਸ਼ਰ। ਗੁਰੂ ਵੀ ਭੁੱਲਣਹਾਰ ਨਹੀਂ ਤੇ ਕਰਤਾਰ ਵੀ ਭੁੱਲਣਹਾਰ ਨਹੀਂ, ਦੋਵੇਂ ਅਭੁੱਲ ਨੇ, ਭਾਵ ਦੋਵੇਂ ਗਲਤੀਆਂ ਨਹੀਂ ਕਰਦੇ। ਗਲਤੀਆਂ ਦੇ ਦਾਇਰੇ ਵਿੱਚ ਗੁਰੂ ਮਹਾਰਾਜ ਨੇ ਕੇਵਲ ਤੇ ਕੇਵਲ ਪਰਮੇਸ਼ਰ ਅਤੇ ਗੁਰੂ ਨੂੰ ਛੱਡ ਕੇ ਕੁੱਲ ਕਾਇਨਾਤ ਨੂੰ ਰੱਖਿਆ ਕਿ ਇਸ ਕੁੱਲ ਕਾਇਨਾਤ ਦੇ ਅੰਦਰ ਜਿੰਨੇ ਵੀ ਜੀਵ ਹਨ, ਹਰ ਇੱਕ ਜੀਵ ਦੇ ਕੋਲੋਂ ਕੋਈ ਨਾ ਕੋਈ ਗਲਤੀ, ਕੋਈ ਨਾ ਕੋਈ ਭੁੱਲ ਹੋ ਸਕਦੀ ਹੈ। ਜਿੱਥੇ ਬੰਦੇ ਦੀ ਗੱਲ ਆਉਂਦੀ ਹੈ ਤਾਂ ਗੁਰਬਾਣੀ ਦੇ ਅੰਦਰ ਬੰਦੇ ਨੂੰ ਇਹ ਕਹਿ ਕੇ ਬਿਆਨ ਕੀਤਾ ਗਿਆ ਕਿ ਜੇ ਗਲਤੀਆਂ ਦੇ ਹਿਸਾਬ ਨਾਲ ਇਹਦਾ ਲੋਖਾ ਜੋਖਾ ਕੀਤਾ ਜਾਏਗਾ ਤਾਂ ਇਹਦੀ ਵਾਰੀ ਕਦੇ ਨਹੀਂ ਆਏਗੀ। ਬਾਣੀ ਵਿੱਚ ਇੱਕ ਬਚਨ ਆਉਂਦਾ ਹੈ ਕਿ ਜੇ ਵਾਹਿਗੁਰੂ ਇਹ ਵੇਖੇ ਕਿ ਬੰਦੇ ਦਾ ਗਲਤੀਆਂ ਦੇ ਹਿਸਾਬ ਨਾਲ ਲੇਖਾ ਜੋਖਾ ਕਰਨਾ ਹੈ ਤਾਂ ਕਦੀ ਵੀ ਇਹ ਬੰਦਾ ਪੂਰਾ ਤੁੱਲ ਨਹੀਂ ਚੜ੍ਹ ਸਕਦਾ। ਬਾਣੀ ਦਾ ਬਚਨ ਹੈ, ਕਹਿੰਦੇ ਲੇਖੈ ਕਤੈ ਨਾ ਛੂਟਈ। ਲੇਖਾ ਦਾ ਭਾਵ ਹੁੰਦਾ ਹਿਸਾਬ ਕਿਤਾਬ। ਦੋ ਚੀਜ਼ਾਂ ਨੂੰ ਆਪਸ ਵਿੱਚ ਮੇਲ ਜੋੜ ਕੇ ਵੇਖਣਾ, ਉਹਨੂੰ ਲੇਖਾ ਕਹਿੰਦੇ ਹਨ ਕਿ ਕਿਹੜੀ ਵੱਧ ਹੈ, ਕਿਹੜੀ ਘੱਟ ਹੈ। ਗੁਰਦੇਵ ਬਚਨ ਕਰਦੇ, ਕਹਿੰਦੇ ਜੇ ਬੰਦੇ ਦੀਆਂ ਗਲਤੀਆਂ ਦਾ ਲੇਖਾ ਜੋਖਾ ਕੀਤਾ ਜਾਏ ਤਾਂ ਕਦੀ ਵੀ ਇਹ ਪੂਰਾ ਨਹੀਂ ਉਤਰ ਸਕਦਾ, ਕਿਉਂਕਿ ਇਹ ਬਹੁਤ ਗਲਤੀਆਂ ਕਰਦਾ ਹੈ। ਗੁਰਦੇਵ ਦਾ ਬਚਨ ਹੈ, ਲੇਖਾ ਕਿਤੈ ਨਾ ਛੂਟਈ। ਇਹ ਛੁੱਟ ਨਹੀਂ ਸਕਦਾ। ਖਿਨ ਖਿਨ ਭੁੱਲਣ ਹਾਰ। ਖਿਨ ਖਿਨ ਦਾ ਭਾਵ ਹੈ ਇਹ ਥੋੜੇ ਜਿਹੇ ਸਮੇਂ ਬਾਅਦ ਫਿਰ ਦੁਬਾਰਾ ਗਲਤੀ ਕਰਦਾ ਹੈ, ਥੋੜੇ ਜਿਹੇ ਸਮੇਂ ਬਾਅਦ ਫਿਰ ਇਹ ਭੁੱਲ ਕਰਦਾ ਹੈ। ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰਾ ਬਖਸ਼ ਲੈ, ਨਾਨਕ ਪਾਰ ਉਤਾਰ। ਇਹ ਤੇ ਵਾਹਿਗੁਰੂ ਤੂੰ ਹੀ ਬਖਸ਼ਣਹਾਰ ਹੈ। ਮੇਰੇ ਗੁਨਾਹਾਂ ਨੂੰ, ਮੇਰੀਆਂ ਗਲਤੀਆਂ ਨੂੰ ਜੇ ਤੂੰ ਬਖਸ਼ ਲੈ ਤਾਂ ਮੈਂ ਪਾਰ ਉਤਰ ਸਕਦਾ। ਸੋ ਬੰਦੇ ਦੇ ਬਾਰੇ ਬਾਣੀ 'ਚ ਇਹ ਗੱਲ ਕਹੀ ਗਈ ਹੈ ਕਿ ਗਲਤੀ ਦੇ ਹਿਸਾਬ ਨਾਲ ਇਹ ਲੇਖੇ ਦੇ ਤੁੱਲ ਨਹੀਂ ਚੜ੍ਹ ਸਕਦਾ। ਇੱਕ ਉਦਾਹਰਨ ਬਾਣੀ 'ਚ ਹੋਰ ਵੀ ਹੈ। ਉਹ ਉਦਾਹਰਨ ਹੈ ਮਿੱਟੀ ਦੀ। ਕਹਿੰਦੇ ਕਿਸੇ ਨੂੰ ਇਹ ਕਹੋ ਕਿ ਤੂੰ ਪਾਣੀ ਦੇ ਨਾਲ ਮਿੱਟੀ ਨੂੰ ਧੋ ਦੇ ਤਾਂ ਕਦੀ ਅਸੰਭਵ ਨਹੀਂ ਹੋ ਸਕਦਾ।
ਪਾਣੀ ਦੇ ਨਾਲ ਮਿੱਟੀ ਨੂੰ ਸਾਫ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਮੈਲ ਹੀ ਮਿੱਟੀ ਹੈ। ਜਿਹੜੀ ਚੀਜ਼ ਖੁਦ ਆਪ ਮੈਲ ਹੈ ਉਸ ਨੂੰ ਕਿਵੇਂ ਪਾਣੀ ਨਾਲ ਧੋਤਾ ਜਾ ਸਕੇ। ਇਹਦੀ ਉਦਾਹਰਨ ਸਤਿਗੁਰੂ ਨੇ ਬਾਣੀ 'ਚ ਦਿੱਤੀ ਹੈ, ਬੰਦੇ ਦੀਆਂ ਗਲਤੀਆਂ ਦੇ ਪਰਥਾਏ। ਗੁਰਦੇਵ ਕਹਿੰਦੇ ਜਿਵੇਂ ਇਹ ਗੱਲ ਅਸੰਭਵ ਹੈ, ਇਹ ਗੱਲ ਪੂਰੀ ਨਹੀਂ ਕੀਤੀ ਜਾ ਸਕਦੀ ਕਿ ਮਿੱਟੀ ਪਾਣੀ ਨਾਲ ਧੋਤੀ ਨਹੀਂ ਜਾ ਸਕਦੀ, ਇਵੇਂ ਬੰਦੇ ਦੇ ਗੁਨਾਹ ਜਿਹੜੇ ਹਨ ਉਹ ਪੂਰਨ ਤੌਰ ਤੇ ਸਾਫ਼ ਨਹੀਂ ਕੀਤੇ ਜਾ ਸਕਦੇ। ਗੁਰਦੇਵ ਦਾ ਜ਼ਿਕਰ ਆਉਂਦਾ ਹੈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਟੀ ਕਾ ਕਿਆ ਧੋਪੈ ਸੁਆਮੀ। ਜਿਵੇਂ ਮਿੱਟੀ ਦਾ ਕੀ ਧੋਣਾ, ਉਹ ਮਿੱਟੀ ਦੇ ਅੰਦਰੋਂ ਮੈਲ ਨਹੀਂ ਨਿਕਲ ਸਕਦੀ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਬੰਦੇ ਦੀ ਅਵਸਥਾ, ਗਤ ਮਤਲਬ ਅਵਸਥਾ, ਹਾਲਤ, ਬੰਦੇ ਦੀ ਹਾਲਤ ਮਿੱਟੀ ਦੇ ਨਿਆਈ ਹੈ। ਜਿਵੇਂ ਮਿੱਟੀ ਪਾਣੀ ਨਾਲ ਧੋਤੀ ਨਹੀਂ ਜਾ ਸਕਦੀ, ਇਹਦੇ ਐਬ ਖਤਮ ਨਹੀਂ ਹੋ ਸਕਦੇ। ਸੋ ਬੇਨਤੀ ਨੂੰ ਫਿਰ ਸਮਝਿਓ, ਬਾਣੀ ਅੰਦਰ ਇਹ ਦੋ ਵਿਚਾਰਾਂ ਸਾਹਮਣੇ ਆਈਆਂ। ਇੱਕ ਵਿਚਾਰ ਇਹ ਆਈ ਜੋ ਪਰਮੇਸ਼ਰ ਦੇ ਬਾਰੇ ਹੈ ਕਿ ਪਰਮੇਸ਼ਰ ਕਦੀ ਵੀ ਭੁੱਲਦਾ ਨਹੀਂ, ਉਹ ਗਲਤੀ ਨਹੀਂ ਕਰਦਾ, ਉਹ ਕਿਸੇ ਵੀ ਵਕਤ ਭੁੱਲਣਹਾਰ ਨਹੀਂ। ਗੁਰੂ ਕਿਸੇ ਵੀ ਵਕਤ ਭੁੱਲਣਹਾਰ ਨਹੀਂ, ਗਲਤੀ ਨਹੀਂ ਕਰਦਾ। ਤੇ ਮਨੁੱਖ ਦੇ ਬਾਰੇ ਇਹ ਵਿਚਾਰ ਆਈ ਕਿ ਮਨੁੱਖ ਤੇ ਖਿੰਨ ਖਿੰਨ ਭੁੱਲਣਹਾਰ ਹੈ, ਇਹ ਤੇ ਗਲਤੀਆਂ ਦਾ ਪੁਤਲਾ ਹੈ, ਇਹ ਤੇ ਪੈਰ ਪੈਰ ਤੇ ਭੁੱਲਦਾ ਹੈ। ਇਸੇ ਕਰਕੇ ਬਾਣੀ ਦੇ ਵਿੱਚ ਜ਼ਿਕਰ ਇਹ ਆਉਂਦਾ ਹੈ, ਅਸੀਂ ਖਤੇ ਬਹੁਤ ਕਮਾਉਂਦੇ। ਖਤੇ, ਖਤੇ ਕਹਿੰਦੇ ਨੇ ਗਲਤੀਆਂ, ਭੁੱਲਾਂ ਨੂੰ। ਖਤੇ ਦਾ ਭਾਵ ਹੁੰਦਾ ਹੈ ਗਲਤੀਆਂ, ਭੁੱਲਾਂ। ਅਸੀਂ ਖਤੇ ਬਹੁਤ ਕਮਾਉਂਦੇ, ਅਸੀਂ ਬਹੁਤ ਗਲਤੀਆਂ ਕਰਦੇ ਹਾਂ, ਅਸੀਂ ਪੈਰ ਪੈਰ ਤੇ ਭੁੱਲਦੇ ਹਾਂ। ਹੇ ਵਾਹਿਗੁਰੂ ਪਰਮੇਸ਼ਰ, ਅਸੀਂ ਖਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾ ਵਾਰ। ਸਾਡੀਆਂ ਉਹਨਾਂ ਗਲਤੀਆਂ ਦਾ, ਭੁੱਲਾਂ ਦਾ ਕੋਈ ਅੰਤ ਨਹੀਂ, ਕੋਈ ਪਾਰਾਵਾਰ ਨਹੀਂ ਕਿ ਅਸੀਂ ਕਿੰਨੀਆਂ ਕੁ ਕੀਤੀਆਂ ਨੇ। ਉਹ ਗਿਣਤੀ ਤੋਂ ਬਾਹਰ ਨੇ, ਉਹ ਲੇਖੇ ਤੋਂ ਬਾਹਰ ਨੇ। ਅਸੀਂ ਖਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲਿਓ, ਨਾਨਕ ਪਾਰ ਉਤਾਰ। ਇਹ ਤੇ ਵਾਹਿਗੁਰੂ ਤੂੰ ਹੀ ਕਿਰਪਾ ਕਰੇ ਤੇ ਸਾਡੀ ਬਾਹ ਫੜ ਲਏ ਤੇ ਸਾਨੂੰ ਪਾਰ ਉਤਾਰ ਦਵੇਂ। ਸੋ ਇਹ ਦੋ ਵਿਚਾਰਾਂ ਸਾਡੇ ਸਾਹਮਣੇ ਪਵਿੱਤਰ ਬਾਣੀ ਚੋਂ ਸਾਹਮਣੇ ਆਈਆਂ। ਧਿਆਨ ਨਾਲ ਇਹਨੂੰ ਆਪਣੇ ਪੱਲੇ ਬੰਨਣਾ। ਇੱਕ ਇਹ ਕਿ ਗੁਰੂ ਤੇ ਪਰਮੇਸ਼ਰ ਭੁੱਲਦੇ ਨਹੀਂ। ਦੂਜਾ ਇਹ ਕਿ ਬੰਦਾ ਜਿਹੜਾ ਹੈ ਉਹ ਹਮੇਸ਼ਾ ਗਲਤੀ ਕਰਦਾ ਹੈ, ਹਮੇਸ਼ਾ ਭੁੱਲ ਕਰਦਾ ਹੈ। ਇਹ ਦੋ ਵਿਚਾਰਾਂ ਬਰਾਬਰ ਬਾਣੀ 'ਚ ਚੱਲਦੀਆਂ ਨੇ। ਬੰਦੇ ਨੇ ਆਪਣੀਆਂ ਗਲਤੀਆਂ ਨੂੰ ਵਾਹਿਗੁਰੂ ਦੇ ਕੋਲੋਂ ਬਖਸ਼ਾਉਣਾ ਹੈ, ਆਪਣੀਆਂ ਭੁੱਲਾਂ ਵਾਹਿਗੁਰੂ ਦੇ ਕੋਲੋਂ ਬਖਸ਼ਾਉਣੀਆਂ ਨੇ। ਇਸ ਦਾ ਜ਼ਿਕਰ ਪਵਿੱਤਰ ਬਾਣੀ 'ਚ ਹੈ ਕਿ ਅਸੀਂ ਉਹਦੇ ਸਾਹਮਣੇ ਨਿਉ ਕੇ, ਉਹਦੇ ਸਾਹਮਣੇ ਢਹਿ ਕੇ ਆਪਣੀ ਭੁੱਲ ਨੂੰ ਪ੍ਰਵਾਨ ਕਰਨਾ ਹੈ। ਬਾਣੀ ਕਹਿੰਦੀ ਹੈ ਜੋ ਆਪਣੀ ਭੁੱਲ ਨੂੰ ਪ੍ਰਵਾਨ ਕਰਦਾ ਹੈ ਉਹ ਉੱਚਾ ਹੋ ਜਾਂਦਾ। ਇਹਨੂੰ ਬਾਣੀ ਨੇ ਇਉਂ ਆਖਿਆ, ਨਿਵੇਂ ਸੋ ਗੌਰਾ ਹੋਏ। ਕਹਿੰਦੇ ਕਦੀ ਤੱਕੜੀ ਦੇ ਦੋ ਤਰਾਜੂਆਂ ਵੱਲ ਧਿਆਨ ਮਾਰ ਕੇ ਦੇਖ, ਜਿਹੜਾ ਪਾਸਾ ਹਲਕਾ ਹੋਏਗਾ ਉਹ ਉੱਪਰ ਉੱਠ ਜਾਏਗਾ ਤੇ ਜਿਹੜਾ ਪਾਸਾ ਭਾਰਾ ਹੋਏਗਾ ਉਹ ਨੀਵਾਂ ਚਲਾ ਜਾਏਗਾ। ਜੇ ਤੇਰੇ ਅੰਦਰ ਇਹ ਗੁਣ ਆ ਗਿਆ ਕਿ ਤੂੰ ਆਪਣੀ ਗਲਤੀ ਵਾਹਿਗੁਰੂ ਦੇ ਸਾਹਮਣੇ ਕਬੂਲ ਕਰਦਾ ਹੈ ਤਾਂ ਗੁਰਦੇਵ ਕਹਿੰਦੇ ਤੂੰ ਭਾਰਾ ਹੋ ਜਾਏਗਾ। ਨਿਵੇਂ ਸੋ ਗੌਰਾ, ਗੌਰਾ ਕਹਿੰਦੇ ਭਾਰੇ ਨੂੰ, ਤੂੰ ਭਾਰਾ ਹੋ ਜਾਏਗਾ। ਯਾਦ ਰੱਖ, ਤੂੰ ਆਪਣੀ ਗਲਤੀ ਨੂੰ ਵਾਹਿਗੁਰੂ ਪਰਮੇਸ਼ਰ ਦੇ ਸਾਹਮਣੇ ਕਬੂਲ ਕਰ। ਤਾਂ ਹੀ ਬਾਣੀ ਦੇ ਅੰਦਰ ਜਦੋਂ ਸਾਡਾ ਜ਼ਿਕਰ ਆਉਂਦਾ ਹੈ ਤਾਂ ਸਤਿਗੁਰੂ ਜੀ ਇਉਂ ਲਿਖਦੇ ਹਨ। ਜਦੋਂ ਸਾਡਾ ਜ਼ਿਕਰ ਆਉਂਦਾ ਹੈ ਤਾਂ ਗੁਰਦੇਵ ਲਿਖਦੇ ਹਨ, ਪਾਤਸ਼ਾਹ ਪਵਿੱਤਰ ਬਾਣੀ ਅੰਦਰ ਬੜੀਆਂ ਸੋਹਣੀਆਂ ਗਲਤੀਆਂ, ਬੜੀਆਂ ਸੋਹਣੀਆਂ ਸਤਰਾਂ ਲਿਖਦੇ। ਉਹ ਕਹਿੰਦੇ, ਹਮ ਮੈਲੇ, ਅਸੀਂ ਮੈਲੇ ਹਾਂ। ਹਮ ਮੈਲੇ ਤੁਮ ਉਜਲ ਕਰਤੇ। ਅਸੀਂ ਮੈਲ ਨਾਲ ਭਰੇ ਹੋਏ ਆ ਤੇ ਤੂੰ ਮੈਲ ਨੂੰ ਸਾਫ਼ ਕਰਨ ਵਾਲਾ ਹੈ, ਉਜਲ ਕਰਨ ਵਾਲਾ ਹੈ। ਜਿਵੇਂ ਇੱਕ ਔਰਤ ਇੱਕ ਕੱਪੜੇ ਧੋਣ ਵਾਲਾ ਕੱਪੜਿਆਂ ਦੇ ਵਿੱਚੋਂ ਬੜੇ ਸੋਹਣੇ ਢੰਗ ਨਾਲ ਮੈਲ ਕੱਢ ਦਿੰਦਾ, ਉਹਨੂੰ ਸਾਫ਼ ਸੁਥਰਾ ਕਰ ਦਿੰਦਾ ਹੈ,
गुरुदेव कहते हे वाहिगुरु तू इस तरह मैं हम मैले तुम उजल करते हम निर्गुण तू दाता। असी निर्गुण हाँ, निर्गुण का भाव है साडे च कोई गुण नहीं, असी गुणहीने हाँ। हम निर्गुण तू दाता, तू दाता है भाव तू गुण देण वाला है। गुरुदेव अगे जिक्र करदे हम मूर्ख, असी मूर्ख हाँ। हम मूर्ख तुम चतुर सियाणे, असी मूर्ख हाँ अज्ञानहीन हाँ ते तू चतुर है चलाक है ते बड़ा सियाणा है। हम मूर्ख तुम चतुर सियाणे तू सर्ब गलां का ज्ञाता, तू सारियां कलावां दा ज्ञाता है। माधो हम ऐसे, असी इस तरह दे आ। हम ऐसे तू ऐसा, असी इस तरह दे आ तू इवें दा है। भाव असी किस तरह दे, असी मैले हाँ तू उजल करन वाला है। असी निर्गुण हाँ गुणहीने हाँ तू गुण देण वाला है। असी मूर्ख हाँ तू अत दा सियाणा ते चतुर है। पातशाह साडा ते तुहाडा बहुत फर्क है। वचन दोबारा समझ लेना। हम मैले तुम उजल करते हम निर्गुण तू दाता। हम मूर्ख तुम चतुर सियाणे तू सर्ब कला का ज्ञाता। माधो हम ऐसे तू ऐसा। हम पापी, असी पापी हाँ। हम पापी तुम पाप खंडन, खंडन का भाव है किसी चीज नू दूर करने वाला, खंडित करने वाला। कहने लगे असी पापीਆਂ ते तू पापां दा खंडन करने वाला, दूर करने वाला है। हम पापी तुम पाप खंडन नीको। नीको कहते ने सोहणे नूं। वैसे पंजाबी दे अंदर निक्के दा भाव हुंदा है छोटा, पर इत्थे नीको दा भाव है सोहना। हम पापी तुम पाप खंडन नीको ठाकुर दिशा। नीको दा भाव है सोहना। हे ठाकुर जिथे तू रहना है तेरा देश बड़ा सोहना है, तेरा टिकाणा बड़ा सोहना है। सो बाणी च वेखो कितना फर्क रखिया गया। जिथे साडी गल आई आखिया ये मैल नाल भरे हुए ने, आखिया ये अत दे मूर्ख ने, आखिया ये गुणा तो हीणे ने, आखिया ये पापां नाल भरे हुए ने। ते जिथे वाहिगुरू दी गल आई आखिया ओ ते बड़ा ही सियाणा है। आखिया ओ ते मैल नूं दूर करन वाला है। आखिया ओ ते पापां नूं खंडित करन वाला है। आखिया ओ ते बड़ा ही चतुर ते चलाक सियाणा है। कितना फर्क है। सो इस अंतर नूं असी बाणी चों समझण दी कोशिश कीती। अज दे वचन अंदर यही गल दा जिक्र आया। गुरु नानक साहब कहंदे जिस परमेश्वर दी हस्ती नाल सिखा तैनूं जोड़िया ही, कदी भी उस परमेश्वर दे बारे अपनी सुरत च ये गल लैके ना आई कि वह भुलदा है, वह गलती करता है। ये गल कदे अपने ध्यान च लैके ना आई कि वाहिगुरू भुलदा है, उन्हें ये गलती कर दी, उन्हें इस तरह गलती कर दी। नहीं, ये ख्याल अपने मन चों कढ़ दे। आम करके जदों साडे घरां विच मौत हुंदी है ते कई वार कुछ घटनावां ऐसियां घट जांदियां ने जिथे सानूं लगदा है कि परमेश्वर ने एक गलती की। इस बंदे दी मौत नहीं होनी चाहिए सी, इस बंदे नूं मौत नहीं होनी चाहिए सी। कई बार असीं ये ख्याल अपने मन च पैदा करते हैं, पर सतगुरु ने इस ख्याल दे बारे बाणी च आखिया, कहंदे ये कल्ला इहदे नाल थोड़ा होया, ये मौत कली इस तरह की इस घर च नहीं आई। गुरुदेव ने जिक्र किया चिंता तां की कीजिए जो अनहोनी। अनहोनी कहंदे ने जेड़ी कली किसे एक बंदे नाल होई होवे, किसे होर नाल ना होई होवे। जिस वो घटना जेड़ी केवल एक नाल होई है, होनी नहीं चाहिए सी, उहनूं अनहोनी कहंदे आ। भाव गुरुदेव कहंदे जे कली इहदे नाल होई होवे तां असीं कहीए कि वाहिगुरू ने गलती की है। वो गलती नहीं करता। गुरुदेव का वचन है चिंता ताकि कीजिए जो अनहोनी होए, ए मार्ग संसार को नानक थिर नहीं कोई। इत्थे ते कोई भी थिर नहीं, फिर ये गलती ओदी किवें। सो मौत दे परथाए जो वाहिगुरू दे मत्थे ते असीं ये गुनाह मड़ दिंदे हां,
परमेश्वर दे मत्थे ते ये गलती मढ़दे ने कि हे वाहिगुरू तेनू इस तरह नहीं करना चाहिदा सी। ये गलती साडी हो सकती है, ओदी नहीं है, क्योंकि बाणी कह रही है वो अभुल है, वो भुलदा नहीं। अज दे बचन विच जिक्र आया, आपां अज दे बचन नूं समझदे हां। गुरुदेव कहंदे आप करे किस आखीऐ होर करे न कोई। वो आप ही करदा है, वो आप ही करन करावनहार है। जो उन्हें करना है उन्हें आप करना है, फिर किसी दूजे नूं की आखीए। आप करे किस आखीए, जदों वो करन करावनहार आप है, फिर किसी होर दे अगे तरला क्यों लईए, किसी होर दे अगे जाके रोना क्यों रहीए कि वेख भाई परमेश्वर ने मेरे नाल ये कर दिता। क्योंकि जदों किसी दूजे दी सुनदा ही नहीं है, किसी दूजे दे कहण ते कुछ करदा ही नहीं है, कोई ओदा कोई दूजा सलाहकार ही नहीं है, फिर दूजे दे जाके अगे रोण दा फायदा की है। तो गुरुदेव कहंदे आप करे, वाहिगुरू आप ही करन करावनहार है। किस आखीए, किहदे अगे जाके तरला रिया जाए कि वेख भाई मेरे नाल परमेश्वर ने इस तरह कर दिता, ये उन्होंने करना नहीं चाहिदा सीगा। होर करे न कोई, होर कोई करन करावनहार नहीं है। आखण ताको जाईए, कहण ते ओनू जाया जाए जे भुलड़ा होई, जे ओ भुलदा होए। गुरुदेव कहंदे शिकायत उस ओदे कोलों करो, कहो ओनू जाके जेड़ा भुलदा होए, पर परमेश्वर ते अभुल है, वो ते भुलदा ही नहीं है। फिर ओनू कहोगे की, ओदे अगे की रोना रोगे, वो आप अभुल है। आखण ताको जाईए जे भुलड़ा होई, जे होए भुला जाए कहीए। जो वाहिगुरू आप भुलदा होवे, गलती करदा होवे, ते ओनू जाके कहिए कि रहे वाहिगुरू इस तरह नहीं, इस तरह कर, एवें नहीं, इस तरह कर। पर गुरुदेव कहंदे आप करता क्यों भुल्लै। वो वाहिगुरू आप करता है, जो आप करता है वो किवें भुल सकदा है। वो अभुल है, वो भुलनहार नहीं है। सुने देखे बाज कहे, वो सानू सुनदा भी है, वो सानू देखदा भी है। जे असी कुछ नहीं भी कहिंदे तां भी वो साडी सुन लैंदा है। सुने दिखे बाज कहे, दान अण मंगिया दिवै। अण मंगिया बिना मंगण तो, कहंदे वाहिगुरू सानू सुन भी रहा, सानू देख भी रहा, ते साडियां वो भी गल्लां सुन रहा जो असी जबान नाल कहिंदे भी नहीं, भाव जिन्हों असी बोल भी नहीं दिते। इनू आखदे हन साडे दिल दी आवाज़, जो साडे दिल दे अंदर ही है, जो जबान ते नहीं आई। गुरुदेव कहंदे वाहिगुरू उस नूं भी सुन रहा है, ओनू भी वो सुनदा है। गुरुदेव का बचन है सुने देखे बाज कहे, वो सुन रहा सानू, वो सानू देख रहा है, अते वो साडी उस आवाज़ नूं भी सुन रहा है जो साडे दिल दे अंदर ही है, जबान ते नहीं आई। दान अण मंगिया दिवै, वो साडे बिना मंगण तो सानू दान दे रहा है, भाव दातां दे रहा है। बाणी च ना एक जिक्र हुंदा है, कहंदे जदों एक माता गर्भवती हुंदी है ते उस तो बाद वो बच्चे नूं जन्म दिंदी है। बच्चे दे इस संसार ते आउण तो पहलां ही उस बच्चे दी खुराक बिना साडे कहण तो, किसी परिवार वाले ने वाहिगुरू दे अगे तरला थोड़ा रहा कि हे वाहिगुरू साडे घरे बच्चा पैदा होने वाला है ते तू इहदे लई दुध भी पैदा करी, किसी ने तरला नहीं लिया। जिमें जिमें बच्चा वड्डा हुंदा है माता दे गर्भ विच, उवें ओदी खुराक भी जिहड़ी है उस माता दे शरीर विच वाहिगुरू तैयार कर दिंदा है। इस नूं कहंदे हन दान अण मंगिया दिवै। उन्हें बिना साडे कहण तो, ना माँ ने कहा, ना बाप ने कहा, ना दादी ने कहा, ना दादे ने कहा, किसी ने तरला नहीं लिया।
ਉਹਨੇ ਬਿਨਾਂ ਕਿਸੇ ਕਹਿਣ ਤੋਂ ਉਸ ਬੱਚੇ ਦੀ ਖੁਰਾਕ ਉਸ ਮਾਤਾ ਦੇ ਸਰੀਰ ਵਿੱਚ ਪੈਦਾ ਕਰ ਦਿੱਤੀ। ਜਿਵੇਂ ਬੱਚਾ ਮਾਤਾ ਦੇ ਗਰਭ ਚੋਂ ਬਾਹਰ ਆਇਆ, ਉਹਦੇ ਵਾਸਤੇ ਉਹਦੀ ਖੁਰਾਕ ਦੁੱਧ ਤਿਆਰ ਸੀ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਉਹਨੂੰ ਇਸ ਗੱਲ ਦਾ ਚੇਤਾ ਹੈ, ਇਸ ਗੱਲ ਦਾ ਪਤਾ ਹੈ, ਤਾਂ ਫਿਰ ਕਿਉਂ ਤੂੰ ਇਵੇਂ ਆਪਣੇ ਅੰਦਰ ਇਹ ਫਿਕਰ ਬਿਠਾਈ ਬੈਠਾ ਕਿ ਉਹ ਤੈਨੂੰ ਭੁੱਲ ਗਿਆ। ਸ਼ਾਮ ਨੂੰ ਅਸੀਂ ਇੱਕ ਪਾਠ ਕਰਦੇ ਹਾਂ ਸੋਦਰ ਸਾਹਿਬ, ਉਹਦੇ ਵਿੱਚ ਜ਼ਿਕਰ ਆਉਂਦਾ ਹੈ ਪੱਥਰ ਦੇ ਕੀੜਿਆਂ ਦਾ। ਪੱਥਰ ਅਸੀਂ ਆਪਣੇ ਅੱਖਾਂ ਨਾਲ ਆਪਣੇ ਘਰਾਂ 'ਚ ਬਾਜ਼ਾਰਾਂ 'ਚ ਦੇਖਿਆ, ਪੱਥਰ ਦੇ ਵਿੱਚ ਵੀ ਕੀੜੇ ਹੁੰਦੇ ਹਨ। ਗੁਰਦੇਵ ਕਹਿੰਦੇ ਚਲੋ ਬਾਹਰ ਤੇ ਮੰਨਿਆ ਕਿ ਵਾਹਿਗੁਰੂ ਨੇ ਰੁੱਖ ਪੈਦਾ ਕੀਤੇ ਨੇ, ਬਾਜ਼ਾਰ ਪੈਦਾ ਕੀਤੇ ਨੇ, ਉਦਮ ਕਰਨ ਵਾਲੇ ਬੰਦੇ ਪੈਦਾ ਕੀਤੇ ਨੇ, ਖੇਤੀ ਕਰਨ ਵਾਲੇ ਬੰਦੇ ਪੈਦਾ ਕੀਤੇ ਨੇ, ਪਰ ਜਿਹੜੇ ਕੀੜੇ ਪੱਥਰ ਦੇ ਵਿੱਚ ਹਨ ਉੱਥੇ ਉਹਨਾਂ ਨੂੰ ਖੁਰਾਕ ਕੌਣ ਦੇ ਰਿਹਾ ਹੈ? ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜਿਉ ਪਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜ਼ਕ ਆਗੈ ਘਰ ਤਰਿਆ। ਸੈਲ ਅਤੇ ਪੱਥਰ, ਸੈਲ ਕਹਿੰਦੇ ਨੇ ਜੋ ਧਰਤੀ ਦੇ ਵਿੱਚ ਸੈੱਲ ਬਣੇ ਹੁੰਦੇ ਨੇ, ਭਾਵ ਧਰਤੀ ਦੀਆਂ ਪਰਤਾਂ। ਜਦੋਂ ਆਪਾਂ ਧਰਤੀ ਨੂੰ ਖੋਦਦੇ ਹਾਂ ਉਹਦੇ 'ਚ ਪਰਤਾਂ ਨਿਕਲਦੀਆਂ, ਭਾਵ ਅਸੀਂ ਦੇਖਦੇ ਹਾਂ ਕਿਤੇ ਲਾਲ ਰੰਗ ਦੀ ਮਿੱਟੀ ਆ ਜਾਂਦੀ ਹੈ, ਕਿਤੇ ਕਾਲੇ ਰੰਗ ਦੀ ਮਿੱਟੀ ਆ ਜਾਂਦੀ ਹੈ, ਕਿਤੇ ਰੇਤ ਭੂਰੀ ਰੰਗ ਦੀ ਆ ਜਾਂਦੀ, ਕਿਤੇ ਕਾਲੇ ਰੰਗ ਦੀ। ਧਰਤੀ ਨੂੰ ਖੋਦਿਆਂ ਇਸ ਤਰ੍ਹਾਂ ਵਿੱਚੋਂ ਅਲੱਗ-ਅਲੱਗ ਤਰ੍ਹਾਂ ਦੀਆਂ ਸੈੱਲਾਂ ਭਾਵ ਪਰਤਾਂ ਨਿਕਲਦੀਆਂ ਨੇ, ਉਹਨੂੰ ਸੈਲ ਕਹਿੰਦੇ ਨੇ। ਉਹਦੇ ਵਿੱਚ ਵੀ ਕੀੜੇ ਹਨ ਤੇ ਪੱਥਰ ਦੇ ਵਿੱਚ ਵੀ ਕੀੜੇ ਹਨ। ਗੁਰਦੇਵ ਕਹਿੰਦੇ ਉੱਥੇ ਦੱਸੋ ਕੌਣ ਤਰਲਾ ਲੈ ਰਿਹਾ ਹੈ ਜਿਹੜੀ ਖੁਰਾਕ ਉਹਨਾਂ ਦੇ ਕੋਲ ਪਹੁੰਚਾਈ। ਜੇ ਉਹਨੇ ਕੀੜੇ ਪੈਦਾ ਕੀਤੇ ਨੇ ਤੇ ਉਹਨਾਂ ਦੀ ਖੁਰਾਕ ਵੀ ਉੱਥੇ ਆਪਣੇ ਆਪ ਪੈਦਾ ਕੀਤੀ। ਇਸੇ ਨੂੰ ਕਹਿੰਦੇ ਨੇ ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜ਼ਕ ਆਗੈ ਘਰ ਧਰਿਆ। ਘਰ ਧਰਿਆ ਦਾ ਮਤਲਬ ਅੱਗੇ ਰੱਖ ਦਿੱਤਾ। ਸੋ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਕਈ ਵਾਰੀ ਅਸੀਂ ਉਲਾਮਾ ਦਿੰਦੇ ਹਾਂ ਕਿ ਵਾਹਿਗੁਰੂ ਸਾਨੂੰ ਤੇ ਭੁੱਲ ਹੀ ਗਿਆ, ਉਹਨੇ ਤੇ ਇਹ ਚੀਜ਼ ਸਾਨੂੰ ਦਿੱਤੀ ਨਹੀਂ, ਉਹਨੇ ਤੇ ਫਲਾਣੀ ਦਾਤ ਸਾਡੀ ਝੋਲੀ 'ਚ ਨਹੀਂ ਪਾਈ। ਗੁਰਦੇਵ ਕਹਿੰਦੇ ਦੋ ਉਦਾਹਰਨਾਂ ਸਮਝ, ਇੱਕ ਮਾਂ ਦੀ ਤੇ ਦੂਜਾ ਪੱਥਰ ਦੇ ਕੀੜਿਆਂ ਦੀ। ਮਾਂ ਨੇ ਕਦੀ ਤਰਲਾ ਨਹੀਂ ਲਿਆ ਕਿ ਮੇਰੀ ਕੋਖ 'ਚ ਬੱਚਾ ਪਲ ਰਿਹਾ ਤੇ ਇਹ ਵਾਹਿਗੁਰੂ ਕੱਲ ਨੂੰ ਜਦੋਂ ਇਹ ਜਨਮ ਲਏਗਾ ਤੇ ਇਹਦੇ ਲਈ ਦੁੱਧ ਦੇ। ਨਹੀਂ, ਕੁਦਰਤ ਵਿੱਚ ਜਿੰਨੀਆਂ ਵੀ ਮਾਵਾਂ ਨੇ, ਭਾਵੇਂ ਉਹ ਪੰਛੀਆਂ ਦੀਆਂ ਹੋਣ, ਭਾਵੇਂ ਉਹ ਪਸ਼ੂਆਂ ਦੀਆਂ ਹੋਣ, ਅਤੇ ਭਾਵੇਂ ਉਹ ਇਨਸਾਨ ਦੀ ਮਾਂ ਹੋਵੇ, ਉਹਦੇ ਬੱਚੇ ਦਾ ਰਿਜ਼ਕ ਵਾਹਿਗੁਰੂ ਨੇ ਤਿਆਰ ਕਰਕੇ ਉਹਦੇ ਸਾਹਮਣੇ ਰੱਖਿਆ। ਅਸੀਂ ਪਰਸੋਂ ਚੌਥ ਇੱਕ ਉਦਾਹਰਨ ਸਮਝੀ ਸੀ ਕੱਛੂ ਕੁੰਮੀ ਦੀ। ਭਗਤ ਧੰਨਾ ਜੀ ਦੀ ਬਾਣੀ 'ਚੋਂ ਉਦਾਹਰਨ ਹੈ। ਭਗਤ ਧੰਨਾ ਜੀ ਆਖਦੇ ਨੇ ਕੱਛੂ ਕੁੰਮੀ ਆਪਣੇ ਆਂਡੇ ਦੇ ਕੇ ਸਮੁੰਦਰ ਵਿੱਚ ਚਲੀ ਜਾਂਦੀ ਹੈ। ਉਹਦੇ ਬੱਚੇ ਸਮੁੰਦਰ ਦੇ ਕੰਢੇ ਤੇ ਤਪਦੀ ਰੇਤਾ ਦੇ ਵਿੱਚ ਪੈਦਾ ਹੁੰਦੇ ਨੇ। ਕਹਿੰਦੇ ਕਮਾਲ ਦੀ ਗੱਲ ਵੇਖੋ, ਨਾ ਤੇ ਬੱਚਿਆਂ ਦੇ ਖੰਭ ਨੇ ਕਿ ਉਹ ਉੱਡ ਜਾਣ, ਅਤੇ ਨਾ ਹੀ ਕੱਛੂ ਕੁੰਮੀ ਦੇ ਸਤਨ ਨੇ, ਥਣ ਨੇ ਕਿ ਉਹ ਆਪਣੇ ਬੱਚਿਆਂ ਨੂੰ ਦੁੱਧ ਪਿਆ ਦੇ। ਪਰ ਬੱਚੇ ਤੇ ਉਹਦੇ ਵੀ ਪਲੇ ਨਾ। ਕਿਵੇਂ ਪਲੇ? ਉਹਨਾਂ ਨੂੰ ਖੁਰਾਕ ਕਿਹਨੇ ਦਿੱਤੀ ਹੈ? ਉਹਨਾਂ ਨੂੰ ਰਿਜ਼ਕ ਕਿਹਨੇ ਦਿੱਤਾ ਹੈ? ਇਹ ਉਦਾਹਰਨ ਸਤਿਗੁਰ ਨੇ ਇਸ ਸੰਦਰਭ 'ਚ ਦਿੱਤੀ ਹੈ ਕਿ ਉਹ ਦਾਤਾ ਦਾਨ ਅਣਮੰਗਿਆਂ ਦਿੰਦਾ ਹੈ। ਉਹ ਭੁੱਲਦਾ ਨਹੀਂ ਹੈ ਕਿ ਕਿਹਨੂੰ ਦੇਣਾ ਤੇ ਕਿਹਨੂੰ ਨਹੀਂ ਦੇਣਾ। ਗੁਰਦੇਵ ਦਾ ਬਚਨ ਹੈ, ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿਨ ਨਹੀਂ। ਪੰਖ ਕਹਿੰਦੇ ਨੇ ਖੰਭਾਂ ਨੂੰ, ਖੀਰ ਕਹਿੰਦੇ ਨੇ ਸਤਨਾਂ ਨੂੰ, ਥਣਾ ਨੂੰ। ਕਹਿੰਦੇ ਨਾ ਮਾਂ ਦੇ ਸਤਨ ਨੇ ਤੇ ਨਾ ਹੀ ਖੰਭ ਨੇ ਕਿ ਬੱਚਿਆਂ ਕੋਲ ਉੱਡ ਕੇ ਆ ਜਾਏ ਜਾਂ ਬੱਚੇ ਉੱਡ ਕੇ ਚਲੇ ਜਾਣ, ਪਰ ਬੱਚੇ ਤੇ ਉਹਦੇ ਵੀ ਪਲ ਰਹੇ ਨੇ। ਖੁਰਾਕ ਕਿਵੇਂ ਪਹੁੰਚੀ, ਕਿਸ ਤਰ੍ਹਾਂ ਪਹੁੰਚੀ? ਕੂੰਜ ਦੀ ਉਦਾਹਰਣ ਹੈ। ਕੂੰਜ ਬੱਚੇ ਪੈਦਾ ਕਰਕੇ ਆਪ ਹਜ਼ਾਰਾਂ ਕਿਲੋਮੀਟਰ ਆ ਜਾਂਦੀ ਹੈ। ਉੱਡੈ ਊਡ ਆਵੈ ਸੈ ਕੋਸਾਂ। ਬੱਚੇ ਉੱਥੇ ਪੈਦਾ ਕਰ ਰਹੀ ਹੈ ਸਾਈਬੇਰੀਆ ਦੇ ਵਿੱਚ, ਤੇ ਆ ਦੂਸਰੇ ਦੇਸ਼ 'ਚ ਗਈ ਹੈ। ਗੁਰਦੇਵ ਕਹਿੰਦੇ ਪਿੱਛੇ ਉਹਨਾਂ ਨੂੰ ਕੌਣ ਖੁਰਾਕ ਦੇ ਰਿਹਾ? ਉਹ ਜੋ ਛੋਟੇ ਛੋਟੇ ਬੱਚੇ ਘੋਂਸਲਿਆਂ 'ਚੋਂ ਛੱਡ ਆਈ ਹੈ, ਉਹਨਾਂ ਨੂੰ ਕੌਣ ਪਾਲ ਰਿਹਾ? ਕੋਈ ਤੇ ਹੈ ਉਹਨਾਂ ਨੂੰ ਖੁਰਾਕ ਦੇਣ ਵਾਲਾ। ਬਸ ਜੇ ਤੈਨੂੰ ਇਹ ਗੱਲ ਸਮਝ ਆ ਗਈ, ਤੈਨੂੰ ਇਹ ਸਮਝ ਆ ਜਾਏਗਾ ਕਿ ਉਹ ਵਾਹਿਗੁਰੂ ਭੁੱਲਣਹਾਰ ਨਹੀਂ। ਜਿਹਨੂੰ ਉਹਨੇ ਪੈਦਾ ਕੀਤਾ ਉਹਦਾ ਰਿਜ਼ਕ ਵੀ ਉਹਨੇ ਪੈਦਾ ਕੀਤਾ।
ਅਸੀਂ ਜਪਜੀ ਸਾਹਿਬ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ, ਜੋ ਕਿਛ ਪਾਇਆ ਸੋ ਏਕਾ ਵਾਰ। ਉਸਨੇ ਇੱਥੇ ਜਿਸ ਜੀ ਨੂੰ ਪੈਦਾ ਕੀਤਾ ਹੈ ਉਹਦਾ ਰਿਜ਼ਕ ਵੀ ਜਿਹੜਾ ਇੱਥੇ ਪੈਦਾ ਕੀਤਾ ਹੈ, ਲੋੜ ਹੈ ਉਸ ਦੀ ਮਹਿਰਮਤ ਨੂੰ ਸਮਝਣ ਦੀ। ਸੋ ਗੁਰਦੇਵ ਨੇ ਅੱਜ ਦੇ ਬਚਨ 'ਚ ਜ਼ਿਕਰ ਕੀਤਾ, ਸੁਣੇ ਦੇਖੈ ਬਾਜ ਕਹੇ। ਵਾਹਿਗੁਰੂ ਸਾਨੂੰ ਸੁਣ ਵੀ ਰਿਹਾ, ਸਾਨੂੰ ਦੇਖ ਵੀ ਰਿਹਾ, ਤੇ ਸਾਡੇ ਦਿਲ ਦੀ ਆਵਾਜ਼ ਜੋ ਜ਼ਬਾਨ ਤੇ ਨਹੀਂ ਆਈ, ਦਿਲ 'ਚ ਹੀ ਹੈ। ਅਣ ਕਹਿਆ ਉਹਨੂੰ ਕਹਿੰਦੇ ਨੇ, ਅਣ ਕਹਿਆ ਦਿਲ ਦੀ ਆਵਾਜ਼। ਕਹਿੰਦੇ ਉਸ ਅਣ ਕਹੇ ਨੂੰ ਵੀ ਸੁਣ ਰਿਹਾ। ਦਾਨ ਅਣ ਮੰਗਿਆ ਦੇਵੈ, ਉਹ ਸਾਡੇ ਬਿਨਾਂ ਮੰਗਣ ਤੋਂ ਸਾਨੂੰ ਰਿਜ਼ਕ ਦੇ ਰਿਹਾ ਹੈ। ਅਸੀਂ ਹਵਾ ਉਹਦੇ ਕੋਲ ਮੰਗੀ ਨਹੀਂ ਸੀ, ਪਰ ਉਹਨੇ ਸਾਨੂੰ ਦਿੱਤੀ ਹੈ। ਅਸੀਂ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ। ਸੋ ਗੁਰਦੇਵ ਕਹਿੰਦੇ ਨੇ, ਦਾਨ ਦੇ ਦਾਤਾ ਜਗ ਵਿਦਾਤਾ। ਉਹ ਵਾਹਿਗੁਰੂ ਦਾਨ ਬਖਸ਼ਿਸ਼ਾਂ ਦਿੰਦਾ ਹੈ, ਇਸ ਸਾਰੇ ਸੰਸਾਰ ਦਾ ਉਹ ਦਾਤਾ ਹੈ। ਦਾਨ ਦੇ ਦਾਤਾ ਜਗ ਵਿਦਾਤਾ, ਨਾਨਕਾ ਸੱਚ ਸੋਈ। ਹੇ ਨਾਨਕ ਇਹ ਗੱਲ ਕਹਿ ਕਿ ਉਹ ਵਾਹਿਗੁਰੂ ਅਟਲ ਹੈ, ਸੱਚ ਹੈ। ਉਹਦੀ ਹੋਂਦ ਨੂੰ ਇਥੋਂ ਖਤਮ ਨਹੀਂ ਕੀਤਾ ਜਾ ਸਕਦਾ, ਉਹਦੀ ਹੋਂਦ ਖਤਮ ਹੋਣ ਵਾਲੀ ਨਹੀਂ। ਆਪ ਕਰੇ ਕਿਸ ਆਖੀਐ, ਉਹ ਆਪ ਕਰਨ ਕਰਾਵਣਹਾਰ ਹੈ। ਜੋ ਉਹਨੇ ਕਰਨਾ ਉਹਨੇ ਕਰ ਹੀ ਦੇਣਾ। ਕਿਹਦੇ ਕੋਲ ਜਾ ਕੇ ਤਰਲਾ ਲਈਏ ਤੇ ਉਸ ਨੂੰ ਆਖੀਏ ਕਿ ਤੂੰ ਵਾਹਿਗੁਰੂ ਨੂੰ ਕਹਿ ਕਿ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰ। ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ ਹੈ। ਸਾਡੀ ਪੰਜਾਬੀ ਭਾਸ਼ਾ ਵਿੱਚ ਇਹਦੇ ਬਾਰੇ ਇੱਕ ਅਖਾਣ ਵੀ ਹੈ, ਵਜੀਦਾ, ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਤੇ ਇੰਜ ਕਰ। ਇਹ ਅਖਾਣਾ ਐਵੇਂ ਨਹੀਂ ਬਣੀਆਂ, ਸਾਡੇ ਬਜ਼ੁਰਗਾਂ ਨੇ ਇਹ ਤੱਤ ਸਾਰ ਕੱਢੇ ਹੋਏ ਸਨ ਜੋ ਬਾਣੀ ਦੇ ਨਿਚੋੜ ਹਨ। ਸੋ ਗੁਰਦੇਵ ਕਹਿੰਦੇ, ਆਪ ਕਰੇ ਕਿਸ ਆਖੀ ਹੈ, ਉਹ ਆਪ ਕਰਨ ਕਰਾਵਣਹਾਰ ਹੈ। ਉਹ ਕਿਸੇ ਦੇ ਆਖੇ ਨਹੀਂ ਲੱਗਦਾ, ਕੋਈ ਉਹਨੂੰ ਕਹਿ ਨਹੀਂ ਸਕਦਾ, ਉਹ ਅਭੁੱਲ ਹੈ। ਉਹਨੇ ਜੋ ਕਰਨਾ ਹੈ ਉਹਨੇ ਕਰ ਦੇਣਾ। ਆਪ ਕਰੇ ਕਿਸ ਆਖੀ ਹੈ, ਹੋਰ ਕਰੇ ਨਾ ਕੋਈ। ਉਹਦੀ ਜਗ੍ਹਾ ਤੇ ਕੋਈ ਹੋਰ ਦੂਜਾ ਕੋਈ ਕੁਛ ਵੀ ਕਰ ਨਹੀਂ ਸਕਦਾ ਹੈ। ਸੋ ਅੱਜ ਦੇ ਪਵਿੱਤਰ ਬਚਨ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਦੇ ਇੱਕ ਮਹਾਨ ਗੁਣ ਦਾ ਜ਼ਿਕਰ ਸਾਡੇ ਸਾਹਮਣੇ ਕੀਤਾ ਕਿ ਉਹ ਵਾਹਿਗੁਰੂ ਅਭੁੱਲ ਹੈ, ਉਹ ਕਦੀ ਭੁੱਲਦਾ ਨਹੀਂ। ਉਹਨੇ ਜੋ ਕਰਨਾ ਉਸਨੇ ਕਰ ਦੇਣਾ। ਇਸ ਕਰਕੇ ਤੂੰ ਇਸ ਵਿਸ਼ਵਾਸ 'ਚ ਰਹਿ, ਇਸ ਭਾਣੇ 'ਚ ਰਹਿ ਕਿ ਉਹਦੀ ਰਜ਼ਾ ਵਿੱਚ ਜੋ ਹੋ ਰਿਹਾ ਹੈ ਉਹ ਠੀਕ ਹੀ ਹੋ ਰਿਹਾ ਹੈ। ਉਹ ਸਦਾ ਸੱਚ, ਸਦਾ ਹੀ ਸਤ ਹੋ ਰਿਹਾ ਹੈ। ਗੁਰਮਤਿ ਨੇ ਇਹ ਗੱਲ ਸਾਡੀ ਝੋਲੀ ਦੇ ਵਿੱਚ, ਸਾਡੇ ਫਲਸਫੇ ਦੇ ਵਿੱਚ ਸਾਨੂੰ ਦਿੱਤੀ ਹੈ। ਇਸੇ ਕਰਕੇ ਸਾਨੂੰ ਗੁਰਦੇਵ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਸਾਨੂੰ ਹੁਕਮ 'ਚ ਰਜਾ 'ਚ ਰਾਜੀ ਰਹਿਣ ਦੀ ਗੱਲ ਸਿਖਾਈ ਹੈ, ਸਾਡੀ ਝੋਲੀ 'ਚ ਪਾਈ ਹੈ। ਹੋਈਆਂ ਭੁੱਲਾਂ ਗਲਤੀਆਂ ਦੀ ਆਪ ਸਾਰੇ ਸਤ ਸੰਗੀ ਜਨਾਂ ਨੇ ਅਤੇ ਬਖਸ਼ਣਹਾਰ ਸਤਿਗੁਰੂ ਜੀ ਨੇ ਖਿਮਾ ਬਖਸ਼ਣੀ। ਪਿਆਰ ਸਹਿਤ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।